ਮੁਰਸ਼ਦ ਦਾ ਨਾਮ ਲੈਂਦਿਆਂ ਹੀ ਸਾਡੇ ਸਾਹਮਣੇ ਅਜਿਹੇ ਵਿਅਕਤੀਤਵ ਦੀ ਪਰਛਾਈ ਸਾਹਮਣੇ ਆਉਂਦੀ ਹੈ ਜੋ ਮਾਨਵਤਾ ਦਾ ਪੂਰਨ ਰੂਪ ਹੁੰਦਾ ਹੈ, ਜਿਸ ਦੇ ਵਿੱਚ ਚੰਗੇ ਗੁਣ, ਪ੍ਰੇਮ ਭਾਵਨਾ ਤੇ ਚੰਗੀ ਸੋਚ ਹੁੰਦੀ ਹੈ, ਜਿਸ ਨੇ ਮਾਨਵ ਜੀਵਨ ਦਾ ਰਹੱਸਯ, ਇਸ ਦਾ ਮੁੱਲ ਆਧਾਰ, ਸੰਸਾਰ ਵਿੱਚ ਆਉਣ ਦਾ ਉਦੇਸ਼ ਤੇ ਆਤਮਾ ਤੋਂ ਪਰਮਾਤਮਾ ਦੇ ਰਿਸ਼ਤਿਆਂ ਦੀ ਗਹਿਰਾਈ ਨੂੰ ਜਾਣਿਆ ਤੇ ਪਹਿਚਾਣਿਆ ਹੁੰਦਾ ਹੈ। ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ ਆਤਮਾ ਤੋਂ ਪਰਮਾਤਮਾ ਦੀ ਰਿਸ਼ਤਿਆਂ ਦੀ ਗਹਿਰਾਈ ਨੂੰ ਪਹਿਚਾਣਦਾ ਹੈ ਤੇ ਉਹਨਾਂ ਨੂੰ ਮਾਣਦਾ ਹੈ। ਅਸੀਂ ਬਹੁਤੇ ਵਿਸ਼ੇ ਵਿਕਾਰਾਂ ਵਿੱਚ ਉਲਝ ਕੇ ਸਾਡੇ ਜੀਵਨ ਨੂੰ ਬਰਬਾਦ ਕਰ ਚੁੱਕੇ ਹਾਂ ਅਤੇ ਜੀਵਨ ਦਾ ਆਧਾਰ ਸਮਝ ਨਹੀਂ ਆ ਰਿਹਾ ਕਿ ਕਿਹੜੇ ਰਸਤੇ ਨੂੰ ਜਾਈਏ। ਨਿਰਸੰਦੇਹ ਮਾਨਵ ਆਪਣੇ ਜੀਵਨ ਦੇ ਹਰ ਪਲ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਸਿੱਖਦਾ ਹੈ, ਪਰੰਤੂ ਬ੍ਰਹਮ ਗਿਆਨ ਮੁਰਸ਼ਦ ਦੇ ਚਰਨਾਂ ਵਿੱਚ ਬੈਠ ਕੇ ਹੀ ਲਿਆ ਜਾਂਦਾ ਹੈ। ਉਹ ਇੱਕ ਸਧਾਰਨ ਮਨੁੱਖ, ਇੱਕ ਸੰਤ, ਇੱਕ ਬ੍ਰਹਮ ਗਿਆਨੀ, ਇੱਕ ਮਹਾਤਮਾ, ਇੱਕ ਤਤਵ ਗਿਆਨੀ ਤੇ ਬ੍ਰਹਮ ਰੂਪੀ ਬਣਾ ਦਿੰਦਾ ਹੈ। ਜੀਵਨ ਦੀ ਪੂਰਨਤਾ ਆਤਮਾ ਪਰਮਾਤਮਾ ਇੱਕੋ ਕਰੇ ਵਿੱਚ ਹੈ। ਆਤਮਾ ਦੇ ਵਿੱਚ ਹੀ ਪਰਮਾਤਮਾ ਹੈ, ਸਾਡੇ ਅੰਦਰ ਹੀ ਪਰਮੇਸ਼ਵਰ ਵਸਿਆ ਹੋਇਆ ਹੈ। ਅਸੀਂ ਮੰਦਰਾਂ, ਮਸੀਤਾਂ, ਗੁਰੂ ਘਰਾਂ ਵਿੱਚ ਲੱਭਦੇ ਫਿਰਦੇ ਹਾਂ। ਅੰਦਰ ਦੀ ਖੋਜ ਜਿੱਤਨ ਤੱਕ ਅਸੀਂ ਨਹੀਂ ਕਰਾਂਗੇ, ਉੱਤੇ ਸਮੇਂ ਤੱਕ ਸਾਨੂੰ ਪਰਮੇਸ਼ਵਰ ਦੀ ਅੰਤਮ ਆਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਨੂੰ ਖੋਜਣ ਵਾਸਤੇ ਕਿਤੇ ਜਾਣ ਦੀ ਜ਼ਰੂਰਤ ਨਹੀਂ, ਸਿਰਫ ਪਰਮੇਸ਼ਵਰ ਦੇ ਚਿੰਤਨ ਵਿੱਚ ਬੈਠਣ ਦੀ ਲੋੜ ਹੈ। ਇੱਕ ਰੂਪ ਬਣਨ ਵਾਸਤੇ ਮਨੁੱਖ ਨੂੰ ਜੀਵਨ ਭਰ ਸੰਤਾਂ, ਮਹਾਤਮਾ ਤੇ ਸੰਤਾਂ ਵਿੱਚ ਰਹਿ ਕੇ ਆਦੇਸ਼ਾਂ ਤੇ ਉਪਦੇਸ਼ਾਂ ਨੂੰ ਮੰਨਣਾ ਪੈਂਦਾ ਹੈ। ਆਪਣੀ ਮਨਮਤ ਨੂੰ ਤਿਆਗਣਾ ਪੈਂਦਾ ਹੈ। ਮੁਰਸ਼ਦ ਨੂੰ ਸੁਣਨਾ ਤੇ ਸਵੀਕਾਰ ਕਰਨਾ ਤੇ ਵਿਵਹਾਰ ਵਿੱਚ ਲਿਆਣਾ, ਮੁਰਸ਼ਦ ਤੋਂ ਸਿੱਖੀਆਂ ਹੋਈਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ, ਇਹੀ ਮੁਰੀਦ ਦਾ ਕਰਮ ਹੋਣਾ ਚਾਹੀਦਾ ਹੈ। ਫਿਰ ਹੀ ਸਾਡਾ ਜੀਵਨ ਉੱਤਮ ਤੇ ਉੱਚਾ ਤੇ ਸੁੱਚਾ ਹੋ ਸਕਦਾ ਹੈ। ਮਾਨਵ ਜੀਵਨ ਦੇ 3 ਰੂਪ ਹੀ ਸਾਹਮਣੇ ਆਉਂਦੇ ਹਨ: ਸਰੀਰਕ, ਮਾਨਸਿਕ ਤੇ ਆਤਮਿਕ। ਸਰੀਰਕ ਰੂਪ ਤੋਂ ਆਪਣੇ ਪਰਿਵਾਰ, ਕੁਟੁੰਬ ਅਤੇ ਸਮਾਜ ਨਾਲ ਜੁੜਿਆ ਹੋਇਆ ਹੈ। ਇਸ ਦੇ ਸਰੀਰ ਦਾ ਪਾਲਣ ਪੋਸ਼ਣ ਦੂਸਰਿਆਂ ਉੱਤੇ ਨਿਰਭਰ ਹੈ। ਜਨਮ ਲੈਣ ਸਮੇਂ ਇੱਕ ਨਵਜਾਤ ਬੱਚਾ ਬਿਲਕੁਲ ਅਗਿਆਨੀ ਅਤੇ ਅਣਜਾਣ ਹੁੰਦਾ ਹੈ। ਇਸ ਨਵਜਾਤ ਬੱਚੇ ਦੀ ਪਾਲਣਾ ਉਸ ਦੇ ਮਾਤਾ ਪਿਤਾ, ਭੈਣ ਭਰਾ, ਪਰਿਵਾਰ ਦੇ ਕਰਨਹਾਰ ਬਜ਼ੁਰਗ ਕਰਦੇ ਹਨ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ, ਉਵੇਂ ਲਗਾਵ ਤੇ ਪਿਆਰ ਪਰਿਵਾਰ ਦੇ
ਵਿੱਚ ਵੱਧਦਾ ਜਾਂਦਾ ਹੈ। ਫਿਰ ਇੱਕ ਦਿਨ ਉਹ ਬਾਹਰ ਆਪਣੇ ਦੋਸਤਾਂ ਮਿੱਤਰਾਂ ਨਾਲ ਹੱਸ ਖੇਡ ਕੇ ਬੜਾ ਖੁਸ਼ ਰਹਿੰਦਾ ਹੈ। ਥੋੜ੍ਹਾ ਹੋਰ ਵੱਡਾ ਹੋ ਕੇ ਉਹੀ ਬਾਲਕ ਸਮਾਜ ਦੇ ਵੱਖ ਵੱਖ ਰੂਪਾਂ ਨੂੰ ਪਹਿਚਾਨਣਾ ਸ਼ੁਰੂ ਕਰਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਆਪਣਾ ਰਸਤਾ ਚੁਣ ਲੈਂਦਾ ਹੈ। ਇਸੇ ਹੀ ਤਰ੍ਹਾਂ ਮਨ ਦੇ ਵਿਚਾਰਾਂ ਦੀ ਮਾਨਵ ਜੀਵਨ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਉਹਨਾਂ ਵਿਚਾਰਾਂ ਦਾ ਆਧਾਰ ਸਾਡਾ ਪਰਿਵਾਰਿਕ ਵਾਤਾਵਰਣ, ਜਿਸ ਦੇ ਵਿੱਚ ਅਸੀਂ ਰਹਿੰਦੇ ਉੱਠਦੇ ਬੈਠਦੇ ਹਾਂ, ਜਿਨ੍ਹਾਂ ਵਿਚਾਰਾਂ ਨੂੰ ਅਸੀਂ ਸੁਣਦੇ ਹਾਂ, ਸਾਡਾ ਪਰਿਵਾਰਿਕ ਵਾਤਾਵਰਣ ਅਤੇ ਸਾਡੀ ਸੰਗੀ ਸਾਥੀ, ਸਾਡੇ ਗਿਆਨਵਾਨ ਪੁਸਤਕਾਂ, ਸਾਡੇ ਸੰਸਾਰ ਦੇ ਸਾਡੇ ਗੁਰੂਜਨ ਦਾ ਉਪਦੇਸ਼, ਸਾਧੂ ਮਹਾਤਮਾ ਦਾ ਉਪਦੇਸ਼, ਜੋ ਕੁਝ ਅਸੀਂ ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ ਅਤੇ ਜਿਨ੍ਹਾਂ ਲੋਕਾਂ ਵਿੱਚ ਸਾਡਾ ਜ਼ਿਆਦਾ ਸਮਾਂ ਬਤੀਤ ਹੁੰਦਾ ਹੈ, ਉਸੇ ਤਰ੍ਹਾਂ ਹੀ ਸਾਡਾ ਮਨ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਇੱਕ ਆਮ ਘਰੇਲੂ ਵਿਅਕਤੀ ਆਪਣੀਆਂ ਪਰੰਪਰਾਵਾਂ, ਰੀਤੀ ਰਿਵਾਜਾਂ ਅਤੇ ਅੰਧ ਵਿਸ਼ਵਾਸਾਂ ਦਾ ਸ਼ਿਕਾਰ ਹੋ ਜਾਂਦਾ ਹੈ, ਕਿਉਂਕਿ ਉਸਨੂੰ ਵਿਸ਼ਾਲਤਾ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਇਸ ਕਰਕੇ ਉਹ ਖੂਹ ਦੇ ਡੱਡੂ ਵਾਂਗ ਸੀਮਿਤ ਦਾਇਰੇ ਤੱਕ ਹੀ ਰਹਿ ਜਾਂਦਾ ਹੈ। ਉਸ ਦੀ ਸੋਚ ਵਿਚਾਰ ਦੀ ਸੀਮਾ ਵੀ ਵਿਸ਼ਾਲ ਨਹੀਂ ਹੁੰਦੀ। ਇਸ ਦੇ ਉਲਟ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿਣ ਵਾਲਾ ਵਿਅਕਤੀ ਰੋਜ਼ਾਨਾ ਹੀ ਮਹਾਂਪੁਰਸ਼ਾਂ ਦੇ ਪਾਵਨ ਪ੍ਰਵਾਨ ਸੁਣਦਾ ਹੈ, ਗ੍ਰਹਿਣ ਕਰਦਾ ਹੈ ਅਤੇ ਵਿਸ਼ਾਲਤਾ ਨੂੰ ਪ੍ਰਾਪਤ ਹੁੰਦਾ ਹੈ। ਉਹ ਆਪਣੀ ਨਫ਼ਰਤ, ਈਰਖਾ, ਦਵੈਸ਼ ਅਤੇ ਸਵਾਰਥ ਭਾਵਨਾ ਨੂੰ ਤਿਆਗ ਕੇ ਪਿਆਰ, ਸਤਿਕਾਰ, ਪਰਉਪਕਾਰ, ਦਇਆ, ਹਮਦਰਦੀ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਇਸ ਯਾਤਰਾ ਨੂੰ ਮੁਰਸ਼ਦ ਹੀ ਸਮਝਾਉਂਦਾ ਹੈ। ਇਹ ਸੰਤਾਂ, ਮਹੰਤਾਂ, ਪੀਰਾਂ, ਪੈਗੰਬਰਾਂ ਦੀ ਰਹਿਨੁਮਾਈ ਨਾਲ ਹੀ ਮਿਲਦੀ ਹੈ। ਇਸੇ ਹੀ ਤਰ੍ਹਾਂ ਅਧਿਆਤਮਿਕ ਪੱਧਰ 'ਤੇ ਕੇਵਲ ਉਹੀ ਮਾਨਵ ਸਫਲ ਜੀਵਨ ਜੀ ਸਕਦਾ ਹੈ ਜਿਸ ਨੂੰ ਆਤਮਿਕ ਬੋਧ ਹੋ ਗਿਆ ਹੋਵੇ, ਜੋ ਇਹ ਜਾਣ ਚੁੱਕਾ ਹੋਵੇ ਕਿ ਮੇਰਾ ਸਰੀਰ ਨਾਸਵਾਨ ਹੈ। ਉਹ ਅਮਰ ਪਦ ਪ੍ਰਾਪਤ ਕਰਕੇ ਆਤਮਿਕ ਆਨੰਦ ਵਿੱਚ ਰਹਿ ਸਕਦਾ ਹੈ। ਉਹੀ ਮਨੁੱਖ ਨਿਰੰਕਾਰ ਨੂੰ ਆਪਣੇ ਅੰਗ ਸੰਗ ਅਨੁਭਵ ਕਰਦਾ ਹੈ। ਉਹੀ ਮਨੁੱਖ ਆਪਣੇ ਪਿਆਰੇ ਦੇ ਭੈ ਦੇ ਵਿੱਚ ਰਹਿ ਕੇ ਜੀਵਨ ਨੂੰ ਬਤੀਤ ਕਰਦਾ ਹੈ। ਮੁਰੀਦ ਨਿਰੰਕਾਰ ਪਰਮੇਸ਼ਵਰ ਦੀ ਪਹਿਚਾਣ ਕਰਕੇ ਮੁਰਸ਼ਦ ਦੇ ਚਰਨਾਂ ਵਿੱਚ ਮਨ ਜੋੜ ਕੇ ਆਪਣੇ ਅੰਦਰ ਅਜਿਹੇ ਗੁਣ ਗ੍ਰਹਿਣ ਕਰ ਲੈਂਦਾ ਹੈ ਜਿਨ੍ਹਾਂ ਨਾਲ ਉਸ ਦਾ ਜੀਵਨ ਚਾਨਣ ਮੁਹਾਰੇ ਵਾਂਗ ਹੋ ਜਾਂਦਾ ਹੈ। ਮੁਰੀਦ ਦੂਸਰਿਆਂ ਦਾ ਮਾਰਗਦਰਸ਼ਕ ਬਣਦੇ ਹਨ। ਜੀਵਨ ਵਿੱਚ ਭਗਤ ਕਿਵੇਂ ਵਿਚਾਰਦਾ ਹੈ ਤੇ ਵਿਚਰਦਾ ਹੈ, ਉਸ ਦਾ ਆਤਮਿਕ ਬਲ ਤੇ ਮੁਕਤੀ ਕਿੰਨਾ ਗੱਲਾਂ ਕਰਕੇ ਨਿਰਭਰ ਕਰਦੀ ਹੈ। ਇਸ ਦੀ ਚਰਚਾ ਵਿੱਚ ਮੁਰਸ਼ਦ ਸਾਨੂੰ ਸਮਝਾਉਣਾ ਕਰਦੇ ਹਨ। ਸਾਨੂੰ ਸਾਈਂ ਦੇ ਦੁਆਰੇ ਜਾ ਕੇ ਵਿਨਤੀਆਂ ਜੋਦੜੀਆਂ ਕਰਨੀਆਂ ਚਾਹੀਦੀਆਂ ਹਨ ਤੇ ਉਸ ਦੀ ਮੱਤ ਲੈ ਕੇ ਆਪਣੀ ਮੱਤ ਉਸ ਦੇ ਅੱਗੇ ਤਿਆਗ ਕਰਕੇ
ਉਸ ਦੇ ਚੰਗੇ ਵਿਚਾਰਾਂ ਨੂੰ ਸੁਣ ਕੇ ਆਤਮਿਕ ਚਿੰਤਨ ਕਰਨਾ ਚਾਹੀਦਾ ਹੈ। ਸਾਹਿਬ ਸਤਿ ਕਰਤਾਰ।